हेलो स्टूडेंट्स, बीए फस्ट ईयर हिस्ट्री क्लास विच तुहाडा स्वागत है। साडा मोस्ट इंपॉर्टेंट क्वेश्चन चल रहा सी मौर्य प्रशासन दीयां मुख विशेषतावां दा वर्णन करो। पिछलियां क्लासां विच असी मौर्य प्रशासन दे केंद्रिक शासन प्रबंध, प्रांतिक शासन प्रबंध, जिला प्रबंध, नगरां दा प्रबंध, स्थानिक प्रबंध, वित्त प्रबंध, जासूसी प्रबंध अते न्याय प्रबंध दा वर्णन कर चुके हाँ। अज दी क्लास विच असी इस तो अगले पॉइंट सैनिक प्रशासन की चर्चा करांगे। इस पॉइंट नूं असी 9 नंबर ते रखांगे, जबकि किताब विच इस पॉइंट दे लई 2 नंबर लिखा गया है, परंतु तुसी नोट्स विच इस पॉइंट नूं 9 नंबर देना है। शुरू करते हाँ मौर्यों का सैनिक प्रशासन। चंद्रगुप्त मौर्य ने अपने साम्राज्य के विस्तार अते विदेशी हमलों तो उसकी सुरक्षा के उद्देश्य नाल एक विशाल अते ताकतवर सेना का गठन किया सी। विदेशी यात्री प्लिनी के अनुसार चंद्रगुप्त मौर्य की सेना विच 6 लाख पैदल सैनिक, 30,000 घुड़सवार, 9,000 हाथी अते 8,000 रथ शामिल सन। प्रत्येक रथ ते 3 सैनिक अते प्रत्येक हाथी ते 4 सैनिक होंदे सन। इस तरह चंद्रगुप्त मौर्य की सेना की कुल संख्या 6,90,000 सी। कौटिल्य के अनुसार चंद्रगुप्त मौर्य की सेना 4 भागों विच वंडी हुई सी। ये भाग सन पैदल सेना, घुड़सवार सेना, हाथी सेना अते रथ सेना। इस तो अलावा चंद्रगुप्त मौर्य दे कोल कुछ जल सेना भी सी, परंतु इस जल सेना का कौटिल्य ने वर्णन नहीं किया है। राजा पूरी सेना का सर्वोच्च सेनापति सी। वो युद्ध विच खुद अपनी सेना का संचालन करता सी। सैनिक प्रशासन नूं असी अगे 5-6 छोटे पॉइंटां दे विच वंड के समझ सकते हाँ। इन्हां विचों पहला पॉइंट है भर्ती। चंद्रगुप्त मौर्य के समय सेना विच भर्ती केवल लोकां दी इच्छा अनुसार ही होंदी सी। केवल हष्ट पुष्ट लोग ही सेना विच भर्ती किए जाते सन। केवल उच्चे अते अपने देश के प्रति वफादार ते निष्ठावान परिवारां दे मैंबरां नूं ही अफसर दे अहुदे ते नियुक्त किया जाता सी। अगला पॉइंट तनख्वाह। चंद्रगुप्त मौर्य के समय सैनिकां नूं नियमित रूप नाल नगद तनख्वाह दी जाती सी। मौर्य काल दे सेनापति नूं 48,000 पण, प्रशासता नूं 24,000 पण, नायक नूं 12,000 पण अते एक ट्रेंड सैनिक नूं 500 पण तनख्वाह दी जाती सी। पण एक चांदी का सिक्का सी जिसका भार 3/4 तोले के बराबर सी।
ਤਨਖਾਹ ਚੰਗੀ ਹੋਣ ਦੇ ਕਾਰਨ ਸੈਨਿਕਾਂ ਦਾ ਨਿਰਵਾਹ ਬਹੁਤ ਚੰਗੀ ਤਰ੍ਹਾਂ ਹੋ ਜਾਂਦਾ ਸੀ। ਅਗਲਾ ਪੁਆਇੰਟ ਹੈ ਤਰੱਕੀਆਂ। ਮੌਰਿਆ ਸ਼ਾਸਕ ਸੈਨਿਕਾਂ ਨੂੰ ਕੇਵਲ ਯੋਗਤਾ ਦੇ ਆਧਾਰ 'ਤੇ ਤਰੱਕੀ ਦਿੰਦੇ ਸਨ। ਅਜਿਹਾ ਕਰਦੇ ਸਮੇਂ ਸੈਨਿਕ ਦੇ ਨਾਲ ਜਾਤੀ ਜਾਂ ਧਰਮ ਦੇ ਆਧਾਰ 'ਤੇ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਸੀ। ਅਗਲਾ ਪੁਆਇੰਟ ਪੁਰਸਕਾਰ ਜਾਂ ਇਨਾਮ। ਕੌਟਿਲਿਆ ਦੇ ਅਨੁਸਾਰ ਚੰਦਰਗੁਪਤ ਮੌਰਿਆ ਸੈਨਿਕਾਂ ਦਾ ਉਤਸ਼ਾਹ ਜਾਂ ਜੋਸ਼ ਵਧਾਉਣ ਦੇ ਲਈ ਉਹਨਾਂ ਨੂੰ ਨਕਦ ਪੁਰਸਕਾਰ ਵੀ ਦਿੰਦਾ ਸੀ। ਦੁਸ਼ਮਣਾਂ ਦੇ ਸਮਰਾਟ ਦਾ ਵੱਧ ਕਰਨ ਵਾਲੇ ਯਾਨੀ ਦੁਸ਼ਮਣਾਂ ਦੇ ਰਾਜਾ ਨੂੰ ਮਾਰਨ ਵਾਲੇ ਨੂੰ 1 ਲੱਖ ਪਣ, ਉਹਨਾਂ ਦੇ ਸੈਨਾਪਤੀ ਦਾ ਵੱਧ ਕਰਨ ਵਾਲੇ ਨੂੰ 50,000 ਪਣ, ਹਾਥੀਆਂ ਅਤੇ ਰਥਾਂ ਦੇ ਪ੍ਰਧਾਨ ਦੀ ਹੱਤਿਆ ਕਰਨ ਵਾਲੇ ਨੂੰ 5,000 ਪਣ, ਘੋੜਸਵਾਰ ਸੈਨਾ ਦੇ ਪ੍ਰਧਾਨ ਨੂੰ ਮਾਰਨ ਵਾਲੇ ਨੂੰ 1000 ਪਣ, ਪੈਦਲ ਸੈਨਾ ਦੇ ਪ੍ਰਧਾਨ ਨੂੰ ਮਾਰਨ ਵਾਲੇ ਨੂੰ 100 ਪਣ ਅਤੇ ਸਾਧਾਰਨ ਸੈਨਿਕ ਨੂੰ ਮਾਰਨ ਵਾਲੇ ਨੂੰ 20 ਪਣ ਇਨਾਮ ਦਿੱਤਾ ਜਾਂਦਾ ਸੀ। ਇਸ ਤੋਂ ਇਲਾਵਾ ਸੈਨਿਕਾਂ ਨੂੰ ਅਨੇਕ ਤਰ੍ਹਾਂ ਦੀ ਤਰੱਕੀਆਂ ਵੀ ਦਿੱਤੀ ਜਾਂਦੀਆਂ ਸਨ। ਅਗਲਾ ਪੁਆਇੰਟ ਹੈ ਸਜ਼ਾਵਾਂ। ਮੌਰਿਆ ਸ਼ਾਸਕਾਂ ਦੇ ਸਮੇਂ ਰਾਜਦਰੋਹ ਕਰਨ ਵਾਲਿਆਂ, ਰਾਜ ਦੇ ਵਿਰੁੱਧ ਗੱਦਾਰੀ ਕਰਨ ਵਾਲਿਆਂ, ਰਾਜ ਜਾਂ ਰਾਜਾ ਦੀ ਆਗਿਆ ਦਾ ਉਲੰਘਣ ਕਰਨ ਵਾਲਿਆਂ ਅਤੇ ਅਨੁਸ਼ਾਸਨ ਭੰਗ ਕਰਨ ਵਾਲੇ ਸੈਨਿਕਾਂ ਨੂੰ ਸਖਤ ਸਜ਼ਾ ਦਿੱਤੀ ਜਾਂਦੀ ਸੀ। ਇਹ ਸਜ਼ਾ ਅਪਰਾਧ ਦੇ ਸਵਰੂਪ ਅਤੇ ਸਤਰ ਦੇ ਅਨੁਸਾਰ ਦਿੱਤੀ ਜਾਂਦੀ ਸੀ। ਉਸ ਸਮੇਂ ਸੈਨਿਕਾਂ ਨੂੰ ਮੌਤ ਦੀ ਸਜ਼ਾ ਵੀ ਦਿੱਤੀ ਜਾਂਦੀ ਸੀ। ਅਗਲਾ ਪੁਆਇੰਟ ਹੈ ਕਿਲੇ। ਮੌਰਿਆ ਸ਼ਾਸਕਾਂ ਨੇ ਸਾਮਰਾਜ ਦੀ ਸੁਰੱਖਿਆ ਦੇ ਲਈ ਸਾਮਰਿਕ ਮਹੱਤਵ ਦੇ ਸਥਾਨਾਂ 'ਤੇ ਅਨੇਕ ਪ੍ਰਕਾਰ ਦੇ ਕਿਲਿਆਂ ਦਾ ਨਿਰਮਾਣ ਕਰਵਾਇਆ ਸੀ। ਇਹਨਾਂ ਕਿਲਿਆਂ ਦੇ ਚਾਰੇ ਪਾਸੇ ਉੱਚੀ ਦੀਵਾਰਾਂ ਹੁੰਦੀਆਂ ਸਨ। ਕਿਲਿਆਂ ਦੀ ਸੁਰੱਖਿਆ ਦੇ ਲਈ ਚਾਰੇ ਪਾਸੇ ਚੌੜੀ ਖਾਈਆਂ ਬਣਾਈਆਂ ਜਾਂਦੀਆਂ ਸਨ, ਜਿਨ੍ਹਾਂ ਵਿੱਚ ਹਮੇਸ਼ਾ ਪਾਣੀ ਭਰਿਆ ਰਹਿੰਦਾ ਸੀ। ਇਸ ਪਾਣੀ ਵਿੱਚ ਜ਼ਹਿਰੀਲੇ ਜੀਵ ਜੰਤੂ ਛੱਡੇ ਜਾਂਦੇ ਸਨ। ਸੀਮਾ ਦੇ ਖੇਤਰਾਂ ਵਿੱਚ ਬਣੇ ਕਿਲਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅੰਤਪਾਲ ਨਾਂ ਦੇ ਅਧਿਕਾਰੀ ਦੁਆਰਾ ਅਤੇ ਦੇਸ਼ ਦੇ ਅੰਦਰੂਨੀ ਭਾਗਾਂ ਵਿੱਚ ਬਣੇ ਕਿਲਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦੁਰਗਪਾਲ ਨਾਂ ਦੇ ਅਧਿਕਾਰੀ ਦੁਆਰਾ ਕੀਤੀ ਜਾਂਦੀ ਸੀ। ਅਗਲਾ ਸਾਡਾ ਪੁਆਇੰਟ ਹੈ ਅਸਤਰ ਸ਼ਸਤਰ। ਸੈਨਿਕਾਂ ਦੇ ਲਈ ਸਰਕਾਰੀ ਕਾਰਖਾਨਿਆਂ ਵਿੱਚ ਅਨੇਕ ਤਰ੍ਹਾਂ ਦੇ ਆਕਰਮਣ ਕਰਨ ਵਾਲੇ ਅਤੇ ਰੱਖਿਆ ਕਰਨ ਵਾਲੇ ਹਥਿਆਰਾਂ ਦਾ ਨਿਰਮਾਣ ਕੀਤਾ ਜਾਂਦਾ ਸੀ। ਉਸ ਸਮੇਂ ਸੈਨਿਕਾਂ ਦੇ ਮੁੱਖ ਸ਼ਸਤਰ ਤੀਰ ਕਮਾਨ, ਤਲਵਾਰ, ਤ੍ਰਿਸ਼ੂਲ, ਢਾਲਾਂ, ਭਾਲੇ, ਕਟਾਰਾ ਆਦਿ ਸਨ। ਆਤਮ ਰੱਖਿਆ ਦੇ ਲਈ ਸੈਨਿਕ ਲੋਹ ਜਾਂ ਲੋਹੇ ਦੇ ਕਵਚ ਦਾ ਪ੍ਰਯੋਗ ਵੀ ਕਰਦੇ ਸਨ। ਅਗਲਾ ਪੁਆਇੰਟ ਹੈ ਯੁੱਧ ਵਿਧੀ ਜਾਂ ਯੁੱਧ ਦਾ ਤਰੀਕਾ। ਕੌਟਿਲਿਆ ਨੇ 3 ਤਰ੍ਹਾਂ ਦੇ ਯੁੱਧਾਂ ਦਾ ਉਲੇਖ ਆਪਣੇ ਗ੍ਰੰਥ ਵਿੱਚ ਕੀਤਾ ਹੈ। ਇਹ ਯੁੱਧ ਸਨ। ਪਹਿਲਾ ਪ੍ਰਕਾਸ਼ ਯੁੱਧ। ਇਹ ਯੁੱਧ ਖੁੱਲ੍ਹੇ ਮੈਦਾਨਾਂ ਵਿੱਚ ਲੜਿਆ ਜਾਂਦਾ ਸੀ। ਦੂਜਾ ਹੈ ਕੂਟ ਯੁੱਧ। ਇਹ ਯੁੱਧ ਕੂਟਨੀਤਿਕ ਉਪਾਆਂ ਦੁਆਰਾ ਲੜਿਆ ਜਾਂਦਾ ਸੀ। ਤੀਜਾ ਹੈ ਤ੍ਰਿਸ਼ਨੀ ਯੁੱਧ। ਇਹ ਸ਼ੀਤ ਯੁੱਧ ਹੁੰਦਾ ਸੀ। ਕਿਹਨਾਂ
परिस्थितियां विच किस तरह की युद्ध प्रणाली नूं अपनाया जाए, इसका फैसला राजा द्वारा ही किया जाता सी। युद्ध के समय सैनिकों की सुविधा का पूरा ख्याल रखा जाता सी। अगला पॉइंट है 6 समितियां। मैगस्थनीज के अनुसार चंद्रगुप्त मौर्य ने विशाल सेना के प्रबंध नूं ठीक ढंग नाल जां कुशलतापूर्वक चलाने के उद्देश्य नाल 30 मैंबरां ते आधारित एक बोर्ड की स्थापना की सी। ये बोर्ड 6 समितियां विच वंडिया होया सी अते हर समिति विच 5 मैंबर सन। ये समितियां पैदल सेना, घुड़सवार सेना, हाथी सेना, रथ सेना, जल सेना अते आवाजाही के साधनों का उचित प्रबंध करदियां सन। इस तरह ये स्पष्ट है कि मौर्यों का नागरिक अते सैनिक प्रशासन बहुत श्रेष्ठ सी। अंत विच असी डॉक्टर अरुण भट्टाचार्य के इन्हां शब्दों तो सहमत हाँ कि भारत विच पहला मजबूत अते कुशल प्रशासनिक संगठन की नींह मौर्य शासकों द्वारा ही रखी गई सी। इस प्रशासन ने गुप्तां, मुगलों अते अंग्रेज़ों के भावी प्रशासन की रूपरेखा नूं तैयार किया सी। ये सी स्टूडेंट्स साडा अज दा मौर्य प्रशासन की विशेषतावां दा सैनिक प्रशासन का पॉइंट। अज ये क्वेश्चन पूरा हो गया है क्योंकि ये क्वेश्चन इंपॉर्टेंट है इस साल के लिए। इसलिए मैं उम्मीद करता हाँ कि तुसी इस दे नोट्स नाल जरूर बनाए होणगे। जिन्हां बच्चों ने अजे किताब नहीं खरीदी है उन्होंने चाहिए है कि अपनी किसी सहेली को किताब लैके उसकी फोटोकॉपी करवा लीती जाए ताकि तुसी सिलेबस नूं पूरा करने विच पीछे ना रह जाओ, क्योंकि समय के नाल सिलेबस जिहड़ा है वो वधदा जांदा है तो फिर तुहानूं आने वाले दिनों के विच परेशानी होंदी है। अपना भला बुरा खुद सोचो क्योंकि परीक्षा जिहड़ी है वो ज़्यादा दूर हुण नहीं है। अज इन्ना ही, अगली क्लास विच नवे क्वेश्चन दे नाल फिर मिलते हाँ। उदों तक दे लई बहुत बहुत धन्यवाद।